सतनाम श्री वाहिगुरु साहिब जी। श्री नानक पाद पंकज वंदना, सिमरो अंगद दुख निकंदना। श्री अमरदास हृदय नित ध्यान, श्री गुरु रामदास गुण गाओ। श्री अर्जन विगणन के नाशक, विगणन के नाशक। श्री हरगोबिंद शुभ सुमत प्रकाशक। श्री हरि राय नमो कर जोरी, नमो कर जोरी। श्री हरि कृष्ण मनाओ बहोरी, तेग बहादुर परम कृपाला जी, परम कृपाला। श्री गुरु गोबिंद सिंह विशाला, तरु तरा पर पुन पुन सीसा जी, पुन पुन सीसा। बंदो बार बार जगदीशा, जिसमें अमृत ज्ञान है, माणक भगत वैराग। श्री गुरु ग्रंथ साहिब उदग, बंधु कर अनुराग। एक अंकारा सतगुरु, तेह प्रसाद सच होए। वाहिगुरु जी की फतेह है, विघ्न विनाशन सोए। वाहिगुरु जी की फतेह है, विघ्न विनाशन सोए। वाहिगुरु जी। निज सहाय लश्कर ले आए, कई लाख देखो भट छाए। अनक जतन कै कटक बटोरा, पुर को घेर लीन चौ ओरा। परम सन्मान सत्कारयोग सतगुरां दे चरण कमलां विखे सुभाईमान जुड़ बैठे सतसंगी जनों, गुर इतिहास के रूप विच महाकवि भाई संतोख सिंह जी चूड़ामणी, उन्हां दी प्रसिद्ध पावन रचना श्री गुरु प्रताप सूरज ग्रंथ, जिस दे तहत पहाड़ी राजियां वल्लों और मुगल फौजां दे वल्लों जो आनंदपुर साहिब नूं घेरा पाया होया है, हमला किया जा रहा है, उसका विवरण बड़े प्यार सत्कार सहित सरवण कर रहे सी। आओ हुण अगलियां विचारां जो भी भाई साहब ने कलमबद्ध कीतियां हन, उन्हां नूं बड़े प्यार सत्कार सहित सरवण करन दा यतन करिए जी। निज सहाय लश्कर ले आए, कई लाख देखो भट छाए। अपनी सहायता वास्ते बहुत भारी लश्कर लैके आनंदपुर साहिब नूं उन्हां ने घेरा पाया है। ਲੱਖਾਂ ਦੀ ਗਿਣਤੀ ਵਿੱਚ ਨੇ ਤੇ 4 ਚੁਫੇਰਿਆਂ ਤੋਂ ਉਹਨਾਂ ਨੇ ਆਨੰਦਪੁਰ ਸਾਹਿਬ ਨੂੰ घेर रखे है। कोई रस्त पानी अंदर नहीं जाता। मुख द्वारां दे उत्ते
ਉਹਨਾਂ ਨੇ ਆਪਣੇ ਪਹਿਰੇਦਾਰ ਬਿਠਾਏ ਹੋਏ ਹਨ ਜੀ। ਨਾਨਕ ਜਤਨ ਕੈ ਕਟਕ ਬਟੋਰਾ ਪੁਰਖੋ ਘੇਰ ਲੀਨ ਚੌਰਾ। ਅਨੇਕਾਂ ਯਤਨਾਂ ਦੇ ਨਾਲ ਲਿਆਂਦੀ ਹੋਈ ਸੈਨਾ ਨੇ ਅਨੰਦਪੁਰ ਸਾਹਿਬ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾਇਆ ਹੋਇਆ ਜੀ। ਮੈਂ ਲੰਬ ਕਾਲ ਪੁਰਖ ਕੋ ਸਭ ਜਗ ਕਰਤਾ ਜੋ ਦੁਖ ਸੁਖ ਕੋ। ਸਾਨੂੰ ਕੇਵਲ ਗੁਰੂ ਦਸ਼ਮੇਸ਼ ਪਿਤਾ ਜੀ ਕਹਿ ਰਹੇ ਨੇ, ਕਹਿੰਦੇ ਭਾਵੇਂ ਮੁਗਲ ਫੌਜਾਂ ਇੰਨੀ ਗਿਣਤੀ ਦੇ ਵਿੱਚ ਨੇ, ਪਰ ਸਾਨੂੰ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦਾ ਸਹਾਰਾ ਹੈ। ਉਸ ਅਕਾਲ ਪੁਰਖ ਦੇ ਸਹਾਰੇ ਦੇ ਅਨੁਸਾਰ ਹੀ ਅਸੀਂ ਜਗਤ ਦੇ ਵਿੱਚ ਆਏ ਆ। ਜੋ ਵੀ ਦੁੱਖ ਸੁੱਖ ਉਸ ਪਰਮਾਤਮਾ ਨੇ ਸਾਡੇ ਹਿੱਸੇ ਵਿੱਚ ਲਿਖਿਆ ਹੋਇਆ ਹੈ, ਉਹੀ ਉਸ ਅਕਾਲ ਪੁਰਖ ਦੀ ਰਜ਼ਾ ਮੁਤਾਬਕ ਅਸੀਂ ਪ੍ਰਵਾਨ ਕਰ ਰਹੇ ਹਾਂ ਜੀ। ਸ਼ਤਰਨ ਆਨ ਮੋਰਚੇ ਲਾਏ ਤਿਨਕੋ ਸਿੰਘ ਹਨੈ ਸਮੁਦਾਏ। ਕਹਿੰਦੇ ਸ਼ਤਰੂਆਂ ਨੇ ਵਧੇਰੇ ਗਿਣਤੀ ਵਿੱਚ ਵੈਰੀਆਂ ਨੇ ਮੋਰਚੇ ਲਾਏ ਹੋਏ ਨੇ ਤੇ ਸਿੰਘ ਉਹਨਾਂ ਨਾਲ ਬਿਲਕੁਲ ਸੂਰਮ ਗਤੀ ਦੇ ਨਾਲ ਜੂਝ ਰਹੇ ਨੇ ਜੀ। ਮੈਂ ਬੈਰੀ ਗਨ ਕੋ ਜਲਦੇ ਹੋ ਇਹ ਸਿੱਖਿਆ ਔਰ ਮੈਂ ਧਰਲੇ ਹੋ। ਤਦ ਫਿਰ ਭਾਈ ਕਨਈਆ ਜੀ ਜੋ ਸਨ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਸਿੱਖਾਂ ਦੇ ਕਹਿਣ ਤੇ ਆ ਕੇ ਸਮਝਾਉਣਾ ਕੀਤਾ, ਵੈਰੀ ਦਲ ਵੱਡੀ ਗਿਣਤੀ ਦੇ ਵਿੱਚ ਨੇ ਤੇ ਤੁਸੀਂ ਉਹਨਾਂ ਨੂੰ ਜਲ ਛਕਾਉਂਦੇ ਹੋ, ਇਹ ਭਲੀ ਗੱਲ ਨਹੀਂ, ਚੰਗੀ ਗੱਲ ਨਹੀਂ। ਸਿੰਘਾਂ ਨੇ ਆ ਕਰਕੇ ਤੁਹਾਡੀ ਸ਼ਿਕਾਇਤ ਕੀਤੀ ਹੈ ਕਿ ਤੁਸੀਂ ਵੈਰੀ ਦਲ ਨੂੰ ਵੀ ਜਲ ਪਾਣੀ ਆਦਿਕ ਛਕਾਉਂਦੇ ਹੋ। ਇਸ ਗੱਲ ਦੀ ਪੁਸ਼ਟੀ ਕਰਨ ਵਾਸਤੇ ਤੁਹਾਨੂੰ ਇੱਥੇ ਬੁਲਾਇਆ ਜੀ। ਸਾਧ ਕਨਈਆ ਸੁਨ ਗੁਰਬਾਣੀ ਹਾਥ ਜੋੜ ਕਰ ਤਵੇ ਬਖਾਨੀ। ਤਦ ਭਾਈ ਕਨਈਆ ਜੀ ਨੇ ਗੁਰੂ ਪਾਤਸ਼ਾਹ ਦੀ ਗੱਲ ਨੂੰ ਸੁਣਿਆ ਤੇ ਹੱਥ ਜੋੜ ਕਰਕੇ ਸਨਿਮਰ ਹੋ ਕਰਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗਿਆ ਜੀ। ਸ੍ਰੀ ਪ੍ਰਭੂ ਜੀ ਤੁਮਰੇ ਉਪਦੇਸੋ ਮੈਂ ਔਰ ਧਾਰਨ ਕਰੋ ਹਮੇਸ਼ੋ। हे ਸਤਿਗੁਰੂ ਜੀ, ਜੋ ਤੁਹਾਡਾ ਉਪਦੇਸ਼ ਹੈ ਮੈਂ ਤੇ ਉਹੀ ਧਾਰਨ ਕੀਤਾ ਹੈ। ਜੋ ਆਪ ਜੀ ਨੇ ਬਚਨ ਕੀਤੇ ਨੇ ਮੈਂ ਉਸੇ ਬਚਨ ਦਾ ਹੀ ਧਾਰਨੀ ਹਾਂ ਜੀ। ਸਦਾ ਚਲੋ ਤਿਨਕੇ ਅਨੁਸਾਰੀ ਨੈ ਵਿਪਰਜੈ ਕਰ ਹਉ ਕਾਰੀ। ਸਦਾ ਹੀ ਤੁਹਾਡੇ ਉਦੇਸ਼ ਮੁਤਾਬਕ ਚੱਲਦਾ ਹਾਂ, ਜੋ ਹੁਕਮ ਕਰਦੇ ਉਹੀ ਕਰਦਾ ਹਾਂ। ਮੈਂ ਕਦੀ ਵੀ ਤੁਹਾਡੇ ਜੋ ਵੀ ਹੁਕਮ ਹਨ ਉਸ ਤੋਂ ਬਾਅਦ ਕਦੇ ਕੋਈ ਕਾਰਜ ਨਹੀਂ ਕੀਤਾ, ਉਸ ਤੋਂ ਉਲਟ ਕੋਈ ਵੀ ਸੇਵਾ ਮੈਂ ਨਹੀਂ ਨਿਭਾਈ ਜੀ। ਕਹਾਂ ਇੱਕ ਰੂਪ ਤੁਮਾਰਾ ਨੈ ਦੂਸਰ ਮੈਂ ਕਹੂੰ ਨਿਹਾਰਾ। ਹੁਣ ਅਗਲੀ ਗੱਲ ਦੀ ਵਿਚਾਰ ਵੇਖੋ। ਪਹਿਲੀ ਗੱਲ ਕੀ ਆਖੀ? ਸਤਿਗੁਰੂ ਤੁਹਾਡੇ ਹੁਕਮ ਮੁਤਾਬਕ ਚੱਲਦਾ, ਜਿਵੇਂ ਆਪ ਜੀ ਨੇ ਬਚਨ ਕੀਤੇ ਨੇ ਜਲ ਛਕਾਉਣਾ ਵਾ। ਪਰ ਸਤਿਗੁਰੂ ਜੰਗ ਦੇ ਮੈਦਾਨ ਦੇ ਵਿੱਚ ਮੈਂ ਜਿਸ ਕਿਸੇ ਨੂੰ ਵੀ ਜਲ ਛਕਾਇਆ, ਸਤਿਗੁਰੂ ਉਹਨੂੰ ਤੇਰਾ ਰੂਪ ਸਮਝ ਕਰਕੇ ਹੀ ਜਲ ਛਕਾਇਆ। ਮੈਨੂੰ ਤੇਰੇ ਰੂਪ ਤੋਂ ਬਿਨਾ ਹੋਰ ਕੋਈ ਵੀ ਜੰਗ ਦੇ ਮੈਦਾਨ ਵਿੱਚ ਨਜ਼ਰ ਵੈਰੀ ਨਹੀਂ ਆਉਂਦਾ ਜੀ। ਚਰਾਚਰ ਜਗਤ ਬਣਾਇਓ 84 ਲੱਖ ਜੂਨ ਸਹਾਇਓ। ਜਿੰਨਾ ਵੀ ਜਗਤ ਤੁਸੀਂ ਬਣਾਇਆ ਹੈ 84 ਲੱਖ ਜੂਨ ਸ਼ੋਭ ਰਹੀ ਹੈ, ਮੈਨੂੰ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਤੁਹਾਡਾ ਰੂਪ ਸਤਿਗੁਰੂ ਨਜ਼ਰ ਆਉਂਦਾ ਜੀ। ਮੈਂ ਰਹੇ ਵਿਰਾਜ ਸਮਨਾ ਸ਼ਤਰੂ ਮਿੱਤਰ ਕੋ ਜਾਏ ਨ ਜਾਣਾ। ਕਹਿੰਦੇ ਸਾਰਿਆਂ ਵਿੱਚ ਸਤਿਗੁਰੂ ਤੁਸੀਂ ਵਿਰਾਜ ਰਹੇ ਹੋ, ਕੋਈ ਮੈਨੂੰ ਸ਼ਤਰੂ ਨਹੀਂ ਨਜ਼ਰ ਆਉਂਦਾ, ਕੋਈ ਮਿੱਤਰ ਨਹੀਂ ਨਜ਼ਰ ਆਉਂਦਾ। ਮੈਨੂੰ ਸਾਰਿਆਂ ਦੇ ਵਿੱਚ ਇਹ ਗੁਰੂ ਦਸ਼ਮੇਸ਼ ਪਿਤਾ ਤੇਰਾ ਹੀ ਰੂਪ ਨਜ਼ਰ ਆਉਂਦਾ ਜੀ। ਸਭ ਥਲ ਤੁਮਰੋ ਰੂਪ ਨਿਹਾਰੋ ਭੇਦ ਭਿੰਨ ਕੋ ਨਹੀਂ ਵਿਚਾਰੋ। ਕਹਿੰਦੇ ਮੈਂ ਭੇਦ ਭਿੰਨ ਨਹੀਂ ਵਿਚਾਰਦਾ। ਥਲ ਦੇ ਉੱਤੇ ਜਿੰਨੇ ਵੀ ਪ੍ਰਾਣੀ ਹਨ, ਭਾਵੇਂ ਸਿੱਖ ਧਰਮ ਦੇ ਲੋਕ ਜਾਂ ਇਸ ਸਮੇਂ ਸਾਨੂੰ ਬਾਹਰ ਵੈਰੀ ਦਲ ਨਜ਼ਰ ਆ ਰਿਹਾ ਹੈ, ਪਾਤਸ਼ਾਹ ਜੀ ਮੈਨੂੰ ਉਹਨਾਂ ਦੇ ਵਿੱਚ ਵੀ ਤੇਰਾ ਹੀ ਰੂਪ ਨਜ਼ਰ ਆਉਂਦਾ ਜੀ। ਉਹ ਕਹੋ ਤੋ ਇਮਹੀ ਦਿਸ਼ਟਾਵੈ ਤੁਮ ਬਿਨ ਦੂਸਰ ਨਜ਼ਰ ਨਾ ਆਵੇ। ਸਤਿਗੁਰੂ ਮੇਰੀ ਦ੍ਰਿਸ਼ਟੀ ਵਿੱਚ ਤੁਹਾਡੇ ਤੋਂ ਬਿਨਾਂ ਕੋਈ ਵੀ ਨਜ਼ਰ ਨਹੀਂ ਆਉਂਦਾ। ਜੰਗ ਦੇ ਮੈਦਾਨ ਵਿੱਚ ਜਿੱਥੇ ਜਿੱਥੇ ਵੀ ਮੈਂ ਗਿਆ, ਜਿਹੜੇ ਵੀ ਡਿੱਗੇ ਹੋਏ ਨੂੰ ਪਾਣੀ ਪਿਆਇਆ, ਮੈਨੂੰ ਉਹਦੇ ਵਿੱਚੋਂ ਸਤਿਗੁਰੂ ਇਹ ਗੁਰੂ ਦਸ਼ਮੇਸ਼ ਪਿਤਾ ਤੇਰਾ ਹੀ ਰੂਪ ਨਜ਼ਰ ਆਇਆ, ਕੋਈ ਹੋਰ ਮੈਨੂੰ ਨਜ਼ਰ ਨਹੀਂ ਆਇਆ ਜੀ। ਬਰਾਬਰ ਕੋ ਹੈ ਉਪਦੇਸੋ
ਸੋਰ ਧਾਰਿਓ ਬਿਨਾ ਕਲੇਸ਼ੋ। ਕਹਿੰਦੇ ਵੀ ਸਤਿਗੁਰੂ ਇਹੀ ਤੁਹਾਡਾ ਉਪਦੇਸ਼ ਹੈ ਤੇ ਬਿਨਾ ਕਲੇਸ਼ ਬਿਨਾ ਆਪ ਜੀ ਦੀ ਆਗਿਆ ਤੋਂ ਮੈਂ ਹੋਰ ਕੁਝ ਵੀ ਕਾਰਜ ਨਹੀਂ ਕੀਤਾ। ਜੇ ਸਿੱਖ ਕੁਝ ਕਹਿ ਰਹੇ ਨੇ ਮੈਂ ਉਹਦੇ ਵਾਸਤੇ ਮਾਫੀ ਮੰਗਦਾ ਜੀ। ਇਤ ਸਿੰਘਨ ਮੈਂ ਆਪ ਵਿਰਾਜੈ ਉਤ ਤੁਰਕਨ ਮੈਂ ਤੁਮ ਹੀ ਛੱਜ। ਇੱਥੇ ਸਿੰਘਾਂ ਦੇ ਵਿੱਚ ਸਤਿਗੁਰੂ ਆਪ ਵਿਰਾਜ ਰਹੇ ਹੋ, ਉੱਥੇ ਜਿਹੜੇ ਤੁਰਕ ਲੜਦੇ ਪਏ ਨੇ ਉਹਨਾਂ ਦੇ ਵਿੱਚ ਵੀ ਤੁਸੀਂ ਆਪ ਹੀ ਵਿਰਾਜ ਰਹੇ। ਸੰਗਤ ਜੀ, ਆਪਾਂ ਸਰਵਣ ਕੀਤਾ ਸੀ ਕਿ ਭਾਈ ਪੈਂਡੇ ਖਾਂ ਜਦੋਂ ਆਇਆ ਸੀ ਨਾ, ਪੈਂਡੇ ਖਾਂ ਯੁੱਧ ਕਰਨ ਵਾਸਤੇ, ਇਦਾਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਵੀ ਹੋਇਆ ਕਿ ਪੈਂਡੇ ਖਾਂ, ਉਹ ਪੈਂਡੇ ਖਾਂ 3 ਜੰਗਾਂ ਵਿੱਚ ਗੁਰੂ ਸਾਹਿਬ ਦੇ ਨਾਲੋਂ ਲੜਿਆ, ਗੁਰੂ ਸਾਹਿਬ ਦੇ ਵੱਲੋਂ ਲੜਿਆ। ਚੌਥੀ ਜੰਗ ਵਿੱਚ ਗੁੱਸਾ ਖਾ ਕੇ ਉਹ ਗੁਰੂ ਸਾਹਿਬ ਦੇ ਵਿਰੋਧ ਵਿੱਚ ਲੜੇ। ਜਦੋਂ ਵਿਰੋਧ ਵਿੱਚ ਲੜਨ ਵਾਸਤੇ ਆਇਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਦੇ ਨਾਲ ਜਦੋਂ ਆਪਸ ਵਿੱਚ ਜੰਗ ਕੀਤਾ ਤੇ ਨਾ, ਜਦੋਂ ਗੁਰੂ ਸਾਹਿਬ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਕਾਲ ਤਖਤ ਦੇ ਸਾਹਿਬ ਦੇ ਬਾਹਰ ਕੁਸ਼ਤੀਆਂ ਲੜਿਆ ਕਰਦੇ ਸਨ, ਘੋਲਾਂ ਕਰਿਆ ਕਰਦੇ ਸਨ, ਪੈਂਦੇ ਖਾਂ ਦੇ ਨਾਲ ਜੰਗ ਕਰਿਆ ਕਰਦੇ ਸਨ, ਝੂਠ ਮੂਠ ਦਾ ਸਤਿਗੁਰੂ ਜੀ ਉਹਦੇ ਕੋਲੋਂ ਹਾਰ ਜਾਇਆ ਕਰਦੇ ਸਨ। ਉਹਦਾ ਹੌਸਲਾ ਬੜਾ ਵਧਿਆ ਹੋਇਆ ਸੀ। 3 ਜੰਗਾਂ ਵਿੱਚ ਉਹਨੇ ਬੜੀ ਸੂਰਮਗਤੀ ਵਿਖਾਈ ਸੀ, ਪਰ ਸੰਗਤ ਜੀ ਚੌਥੀ ਜੰਗ ਵਿੱਚ ਉਹ ਸਤਿਗੁਰਾਂ ਨਾਲ ਲੜਨ ਵਾਸਤੇ ਆ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਦੇ ਵਿੱਚ ਵੀ ਨਿਰੰਕਾਰ ਦਾ ਸਰੂਪ ਵੇਖ ਕਰਕੇ ਇਹ ਕਹਿਣਾ ਕੀਤਾ ਕਿ ਇਸ ਸਮੇਂ ਮੈਂ ਆਪਣੇ ਮਿੱਤਰ ਨੂੰ ਮਾਰ ਰਿਹਾ ਜੋ ਇਸ ਸਮੇਂ ਵੈਰੀ ਦਲ ਦੇ ਰੂਪ ਵਿੱਚ ਚੜ ਕੇ ਆਇਆ, ਪਰ ਇਹ ਅਕਾਲ ਪੁਰਖ ਪਰਮਾਤਮਾ ਸੱਚੇ ਪਿਤਾ ਮੈਨੂੰ ਉਹਦੇ ਵਿੱਚ ਵੀ ਤੇਰਾ ਰੂਪ ਨਜ਼ਰ ਆ ਰਿਹਾ। ਇਸ ਸਮੇਂ ਉਹ ਭਾਵੇਂ ਮੇਰੇ ਨਾਲ ਵੈਰੀ ਬਣ ਕੇ ਜੰਗ ਕਰ ਰਿਹਾ ਹੈ, ਪਰ ਇਸ ਸਮੇਂ ਉਹਦਾ ਹੰਕਾਰ ਹੈ ਜਿਹੜਾ ਮੇਰੇ ਸਾਹਮਣੇ ਹੈ। ਮੈਂ ਉਸ ਨੂੰ ਵੈਰੀ ਦਲ ਦੇ ਤੌਰ ਤੇ ਨਹੀਂ ਮਾਰ ਰਿਹਾ, ਮੈਂ ਉਹਨੂੰ ਹੰਕਾਰ ਦੇ ਤੌਰ ਤੇ ਮਾਰ ਰਿਹਾ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਚਨ ਸਨ। ਜਦੋਂ ਫਿਰ ਉਹਨੂੰ ਮਾਰਿਆ ਜਾਂ ਉਹਨੂੰ ਅਖੀਰਲੇ ਅੰਜਾਮ ਤੱਕ ਉਹਦੇ ਪਹੁੰਚਾਇਆ, ਫਿਰ ਸਤਿਗੁਰਾਂ ਨੇ ਢਾਲ ਨਾਲ ਉਹਦੇ ਮੁਖ ਦੇ ਉੱਤੇ ਛਾਂ ਕੀਤੀ। ਪੈਂਦੇ ਖਾਂ ਨੂੰ ਕਿਹਾ 2 ਜਾਂ 3 ਵਾਰ ਕਰਨ ਵਾਸਤੇ ਕਿਹਾ, ਕਹਿੰਦੇ ਤੇਰਾ ਕੋਈ ਅਰਮਾਨ ਨਾ ਰਹਿ ਜਾਏ, ਕੋਈ ਮਨ ਦੇ ਵਿੱਚ ਆਓ ਨਾ ਰਹਿ ਜਾਏ। ਤੇ ਉਹਨੇ 2-3 ਲਗਾਤਾਰ ਵਾਰ ਕੀਤੇ, ਸਤਿਗੁਰਾਂ ਨੇ ਰੁਕੇ ਤੇ ਫਿਰ ਆਪ ਸਤਿਗੁਰਾਂ ਨੇ ਉਹਦੇ ਉੱਤੇ ਵਾਰ ਕਰਕੇ ਉਹਨੂੰ ਖਤਮ ਕਰਨ ਤੋਂ ਪਹਿਲਾਂ ਜਦੋਂ ਅਖੀਰਲੇ ਸਵਾਸਾਂ ਤੇ ਸੀ ਤੇ ਉਹਨੂੰ ਸਤਿਗੁਰਾਂ ਨੇ ਸਮਝਾਉਣਾ ਕੀਤਾ ਕਿ ਜਦੋਂ ਹੰਕਾਰ ਦੇ ਵਿੱਚ ਕੋਈ ਪ੍ਰਬਲ ਹੋ ਜਾਵੇ ਤੇ ਫਿਰ ਉਦੋਂ ਉਹ ਨਿਰੰਕਾਰ ਦੇ ਸਰੂਪ ਤੋਂ ਪਾਸੇ ਹਟ ਜਾਂਦਾ, ਉਦੋਂ ਉਹਦਾ ਹੰਕਾਰ ਉਹਦੇ ਵਿੱਚ ਬੋਲਦਾ। ਕਹਿੰਦੇ ਤੈਨੂੰ ਨਹੀਂ ਮਾਰਿਆ, ਤੇਰੇ ਨਾਲ ਤੇ ਸਾਡਾ ਬੜਾ ਪਿਆਰ ਸੀ, ਮਿੱਤਰਤਾ ਸੀ, ਤੇਰੇ ਹੰਕਾਰ ਨੂੰ ਮਾਰਿਆ। ਇਸੇ ਤਰ੍ਹਾਂ ਗੁਰੂ ਦਸ਼ਮੇਸ਼ ਪਿਤਾ ਜੀ ਨੇ ਜਦੋਂ ਪਹਾੜੀ ਰਾਜਿਆਂ ਦੇ ਕਹਿਣ ਤੇ ਪੈਂਡੇ ਖਾਂ ਦੇ ਨਾਲ ਜੰਗ ਕਰਨ ਵਾਸਤੇ ਗੁਰੂ ਸਾਹਿਬ ਆਇਆ, ਪੈਂਡੇ ਖਾਂ ਗੁਰੂ ਸਾਹਿਬ ਦੇ ਨਾਲ ਜੰਗ ਕਰਨ ਵਾਸਤੇ ਆਇਆ। ਉਹ ਵੀ ਬੜਾ ਵੱਡਾ ਯੋਧਾ ਸੂਰਬੀਰ ਸੀ। ਉਹਦੇ ਨਾਲ ਜਦੋਂ ਗੁਰੂ ਸਾਹਿਬ ਜੀ ਨੇ ਜੰਗ ਕੀਤੀ, ਪਹਿਲਾਂ ਉਹਨੂੰ ਕਿਹਾ 2 ਵਾਰ ਕਰ, ਉਹਨੇ 2 ਵਾਰ ਕੀਤੇ। ਸਤਿਗੁਰਾਂ ਨੇ ਸੰਭਾਲੇ, ਇੱਕ ਢਾਲ ਤੇ ਸੰਭਾਲਿਆ, ਇੱਕ ਤਲਵਾਰ ਦੇ ਨਾਲ ਰੁਕਿਆ। ਜਦੋਂ ਸਤਿਗੁਰਾਂ ਨੇ ਵਾਰ ਕੀਤਾ, ਨਿਰੰਕਾਰ ਨੂੰ ਸਨਮੁਖ ਰੱਖ ਕੇ ਸਤਿਗੁਰਾਂ ਨੇ ਕਿਹਾ ਕਿ ਤਨ ਮੈਂ ਹਰ ਹੈ, ਹਰ ਮੈਂ ਤਨ ਹੈ। ਉਹ ਬਚਨ ਜਦੋਂ ਉਚਾਰਨ ਕੀਤਾ ਕਿ ਮੈਨੂੰ ਪਤਾ ਸਾਰਿਆਂ ਦੇ ਵਿੱਚ ਨਿਰੰਕਾਰ ਤੂੰ ਆਪ ਵਸਦਾ ਹੈ, ਪਰ ਇਸ ਸਮੇਂ ਮੇਰੇ ਸਾਹਮਣੇ ਕੌਣ ਹੈ? ਮੇਰੇ ਸਾਹਮਣੇ ਇੱਕ ਵਿਅਕਤੀ ਦਾ ਹੰਕਾਰ ਹੈ। ਉਹ ਜਦੋਂ ਹੰਕਾਰ ਦੇ ਵਿੱਚ ਆਇਆ ਤੇ ਫਿਰ ਸਤਿਗੁਰਾਂ ਨੇ ਤੀਰ ਦੇ ਨਾਲ ਉਹਨੂੰ ਨਾਸ਼ ਕੀਤਾ। ਹੁਣ ਗੁਰੂ ਸਾਹਿਬ ਵੈਰੀ ਦਲ ਨੂੰ ਵੀ ਉਸ ਨਜ਼ਰ ਵੱਲ ਨਹੀਂ ਤੱਕ ਰਹੇ ਵੀ ਇਹ ਸਾਡੇ ਨਾਲ ਵਿਰੋਧ ਕਰਨ ਵਾਸਤੇ ਆਏ ਨੇ। ਕਹਿੰਦੇ ਇਹ ਕਿਸੇ ਹੋਰ ਮਕਸਦ ਦੇ ਲਈ ਆਏ ਨੇ। ਉਹ ਇਹਨਾਂ ਦਾ ਮਕਸਦ ਜਿਹੜਾ ਕਿ ਨਿਰੰਕਾਰ
ਉਹਨਾਂ ਦੇ ਵਿੱਚ ਵੀ ਵਸਦਾ ਹੈ। ਖੁਦਾਏ ਦੇ ਉਹ ਵੀ ਬੰਦੇ ਨੇ, ਪਰ ਹੰਕਾਰ ਰੂਪ ਵਿੱਚ ਆਏ ਨੇ। ਉਹਨਾਂ ਦਾ ਹੰਕਾਰ ਦੂਰ ਕਰਨ ਵਾਸਤੇ ਵੇਖੋ ਗੁਰੂ ਸਾਹਿਬ ਕਈ ਵਾਰੀ ਤੀਰ ਚਲਾਉਂਦੇ ਨੇ, ਕਈ ਵਾਰੀ ਤੋਪਾਂ ਚਲਾਉਂਦੇ ਨੇ, ਕਈ ਵਾਰੀ ਉਹ ਮੋਰਚੇ ਅੱਗੇ ਕਰਦੇ ਨੇ ਤੇ ਉਹਨਾਂ ਮੋਰਚਿਆਂ ਤੇ ਹਮਲੇ ਕਰਵਾਉਂਦੇ ਨੇ ਸਤਿਗੁਰੂ, ਤੇ ਉਹ ਮੋਰਚੇ ਦੂਰ ਦੂਰ ਕਰ ਲੈਂਦੇ। ਸਮਰੱਥਾ ਬੜੀ ਸੀ ਗੁਰੂ ਸਾਹਿਬ ਜੀ ਦੇ ਵਿੱਚ, ਜੇ ਚਾਹੁੰਦੇ ਜਿਹੜੇ ਉਹਨਾਂ ਦੇ ਵੱਡੇ ਵੱਡੇ ਸੂਰਬੀਰ ਸਨ ਉਹਨਾਂ ਨੂੰ ਤੁਰੰਤ ਖਤਮ ਕਰ ਸਕਦੇ ਸਨ, ਪਰ ਸਤਿਗੁਰਾਂ ਨੇ ਨਹੀਂ ਕੀਤਾ। ਵੇਖੋ ਇਹ ਵੀ ਸਤਿਗੁਰਾਂ ਦਾ ਇੱਕ ਰੂਪ ਹੈ ਕਿ ਸਿੰਘਾਂ ਨੇ ਆ ਕੇ ਸ਼ਿਕਾਇਤ ਕੀਤੀ ਕਿ ਵੈਰੀ ਦਲ ਨੂੰ ਪਾਣੀ ਕੌਣ ਪਿਆਂਦਾ? ਭਾਈ ਕਨਈਆ। ਤੇ ਕਨਈਆ ਨੂੰ ਪੁੱਛਿਆ, ਉਹ ਕਹਿੰਦੇ ਸਤਿਗੁਰੂ ਮੈਨੂੰ ਸਾਰਿਆਂ ਦੇ ਵਿੱਚ ਤੇਰਾ ਹੀ ਰੂਪ ਨਜ਼ਰ ਆਉਂਦਾ। ਸੰਗਤ ਜੀ ਗੁਰੂ ਪਾਤਸ਼ਾਹ ਨੂੰ ਵੀ ਸਾਰੀ ਸੈਨਾ ਦੇ ਵਿੱਚ ਪਰਮਾਤਮਾ ਦਾ ਹੀ ਰੂਪ ਨਜ਼ਰ ਆਉਂਦਾ ਜੀ। ਜਲ ਥਲ ਸਕਲ ਗਗਨ ਪਰ ਅਵਨੀ ਆਹ ਖੇਲ ਰਾਵਰ ਕੀ ਰਵਨੀ। ਜਲ ਔਰ ਥਲ ਸਭ ਥਾਂ ਤੇ ਹੈ ਅਕਾਲ ਪੁਰਖ ਪਰਮਾਤਮਾ ਤੇਰੀ ਹੀ ਖੇਡ ਵਰਤ ਰਹੀ ਹੈ। ਸਭ ਤੇਰਾ ਹੀ ਪਸਾਰਾ ਇਸ ਸੰਸਾਰ ਦੇ ਉੱਤੇ ਪਸਰਿਆ ਹੋਇਆ ਹੈ। ਹੁਣ ਆਪਾਂ ਗੁਰਬਾਣੀ ਦੀ ਇੱਕ ਪੰਕਤੀ ਪੜ੍ਹਦੇ ਹਾਂ, ਸੋਹਿਲਾ ਸਾਹਿਬ ਗੁਰਬਾਣੀ ਦੇ ਵਿੱਚ ਸਤਿਗੁਰੂ ਕੀ ਕਹਿੰਦੇ ਨੇ? ਕਹਿੰਦੇ ਨੇ ਸਹਿਸ ਤਵ ਨੈਣ ਨਨ ਨੈਣ ਹੈ ਤੋਹਿ ਕਉ, ਕਿ ਇਹ ਅਕਾਲ ਪੁਰਖ ਤੇਰੇ ਹਜ਼ਾਰਾਂ ਹੀ ਨੇਤਰ ਹਨ, ਪਰ ਤੇਰਾ ਇੱਕ ਵੀ ਨੇਤਰ ਨਹੀਂ। ਵੇਖੋ ਸਹਿਸ ਤਵ ਨੈਣ ਨਨ ਨੈਣ ਹੈ ਤੋਹਿ ਕਉ। ਜੇ ਅਕਾਲ ਪੁਰਖ ਪਰਮਾਤਮਾ ਮੈਂ ਨਿਰੰਕਾਰ ਨੂੰ ਬਹੁ ਰੂਪਾਂ ਦੇ ਵਿੱਚ ਵੇਖਦਾ ਹਾਂ, ਨਿਰੰਕਾਰ ਨੂੰ ਬਹੁ ਰੂਪਾਂ ਦੇ ਵਿੱਚ ਵੇਖਦਾ, ਤੇ ਮੈਨੂੰ ਸ੍ਰਿਸ਼ਟੀ ਦੇ ਇੱਕ ਇੱਕ ਮਨੁੱਖ ਦੇ ਵਿੱਚੋਂ ਪਰਮਾਤਮਾ ਤੂੰ ਨਜ਼ਰ ਆਉਣਾ। ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤਹੁ ਨਾ ਜਾਈ, ਰਵ ਰਿਹਾ ਸਰਬਤਰ ਮੈਂ ਮਨ ਸਦਾ ਧਿਆਈ। ਤੇ ਇਹ ਅਕਾਲ ਪੁਰਖ ਜਦੋਂ ਮੈਂ ਤੈਨੂੰ ਜੋਤ ਰੂਪ ਵਿੱਚ ਵੇਖਦਾ, ਉਦੋਂ ਤੇਰਾ ਇੱਕ ਵੀ ਨੇਤਰ ਨਹੀਂ। ਤੇਰੀਆਂ ਹਜ਼ਾਰਾਂ ਸ਼ਕਲਾਂ, ਪਰ ਮਨੁੱਖ ਰੂਪ ਵਿੱਚ ਤੇਰੀਆਂ ਹਜ਼ਾਰਾਂ ਸ਼ਕਲਾਂ ਨੇ, ਬ੍ਰਹਿਮੰਡ ਰੂਪ ਵਿੱਚ ਤੇਰੀਆਂ ਹਜ਼ਾਰਾਂ ਸ਼ਕਲਾਂ ਨੇ, ਪਰ ਜੋਤ ਰੂਪ ਵਿੱਚ ਇਹ ਨਿਰੰਕਾਰ ਤੇਰੀ ਇੱਕ ਵੀ ਸ਼ਕਲ ਨਹੀਂ। ਸੋ ਕਹਿ ਰਹੇ ਵੀ ਇਹ ਸਾਰਾ ਪਸਾਰਾ ਇੱਕ ਅਕਾਲ ਪੁਰਖ ਦਾ ਹੀ ਪਸਰਿਆ ਜੀ। ਜਲ ਥਲ ਸਕਲ ਅਗਨ ਅਰਵਨੀ ਅਹੇ ਖੇਲ ਰਾਵਰ ਕੀ ਰਵਨੀ। ਜਲ ਥਲ ਔਰ ਸਾਰੇ ਆਕਾਸ਼ ਸਭ ਧਰਤੀ ਦੇ ਵਿੱਚ ਇਹ ਅਕਾਲ ਪੁਰਖ ਸੋਹਣੇ ਅਕਾਲ ਪੁਰਖ, ਇਹ ਅਕਾਲ ਪੁਰਖ ਤੂੰ ਹੀ ਸੋਹਣੇ ਰੂਪਾਂ ਵਿੱਚ ਖੇਡ ਰਿਹਾ ਜੀ। ਜਿਮ ਸੁਨ ਸੰਤ ਕਨਈਏ ਪਾਸ ਪਰਮ ਪ੍ਰਸੰਨ ਪਏ ਗੁਣ ਰਾਸ। ਸਤਿਗੁਰਾਂ ਨੇ ਭਾਈ ਕਨਈਆ ਜੀ ਤੋਂ ਬਚਨ ਸੁਣੇ, ਬਚਨ ਸੁਣ ਕਰਕੇ ਬਹੁਤ ਪ੍ਰਸੰਨ ਚਿੱਤ ਹੋਏ। ਕਹਿੰਦੇ ਐ ਭਾਈ ਕਨਈਆ ਜੀ ਤੈਨੂੰ ਗੁਰਬਾਣੀ ਦੇ ਉੱਤੇ ਚਲਦਿਆਂ ਵੇਖਿਆ, ਗੁਰਬਾਣੀ ਦੇ ਉੱਤੇ ਤੂੰ ਪਹਿਰਾ ਦੇ ਰਿਹਾ ਪੂਰਾ। ਨਿਰੰਕਾਰ ਤੇਰੇ ਹਿਰਦੇ ਵਿੱਚ ਵਸਦਾ, ਤੈਨੂੰ ਬਾਹਰ ਵੀ ਸਾਰੇ ਪਾਸੇ ਨਿਰੰਕਾਰ ਹੀ ਨਜ਼ਰ ਆਉਂਦਾ। ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤਹੁ ਨਾ ਜਾਈ, ਰਵ ਰਿਹਾ ਸਰਬਤਰ ਮੈਂ ਮਨ ਸਦਾ ਧਿਆਈ। ਸਭੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲਾ ਰੇ। ਤੈਨੂੰ ਨਿਰੰਕਾਰ ਦਿਸਦਾ ਹੈ, ਬ੍ਰਹਿਮੰਡ ਵਿੱਚ ਵੀ ਉਹ ਨਿਰੰਕਾਰ ਪਸਰਿਆ ਹੋਇਆ ਤੈਨੂੰ ਉਹ ਵੀ ਦਿਸਦਾ ਹੈ, ਜੀਵਾਂ ਦੇ ਵਿੱਚ ਵੀ ਉਹ ਬਿਰਾਜਮਾਨ ਹੈ, ਸੁਭਾਏਮਾਨ ਹੈ, ਤੈਨੂੰ ਉਹ ਜਿਹਾ ਦਿਸਦਾ। ਇਹ ਸੁਣ ਕੇ ਸਤਿਗੁਰੂ ਬਹੁਤ ਪ੍ਰਸੰਨ ਚਿੱਤ ਹੋਏ ਜੀ। ਤੇਰੀ ਮੁਖ ਤੇ ਮੁਸਕਾਏ ਬਖਾਨਾ ਸੁਣੋ ਖਾਲਸਾ ਮਿਆ ਨਿਧਾਨਾ। ਸਤਿਗੁਰੂ ਜੀ ਮੁਸਕਰਾ ਕੇ ਆਪਣੇ ਮੁਖ ਤੋਂ ਬੋਲੇ, ਹੈ ਕਿਰਪਾ ਨਿਧਾਨ ਖਾਲਸਾ ਜੀ, ਸੁਣੋ ਇਹ ਭਾਈ ਕਨਈਆ ਜੀ ਦੇ ਅੰਦਰ ਬਹੁਤ ਨਿਮਰਤਾ ਸਾਦਗੀ ਹੈ ਜੀ। ਸਾਧ ਬਿਰਤੀਨ ਲਖਿਓ ਚਰਿੱਤਰ ਇੱਕ ਬਚਿੱਤਰ ਮੈਂ ਸ਼ਤਰੂ ਨਾ ਮਿੱਤਰ। ਕਹਿੰਦੇ ਵੀ ਕਨਈਆ ਜੀ ਦੀ ਸਾਧ ਬਿਰਤੀ ਹੈ, ਚਰਿੱਤਰ ਇਹਨਾਂ ਨੇ ਸਮਝ ਲਿਆ, ਨਿਰੰਕਾਰ ਦੇ ਰੂਪ ਨੂੰ ਸਮਝ ਲਿਆ। ਅਨੇਕਤਾ ਦੇ ਵਿੱਚ ਅਸਲ ਵਿੱਚ ਇੱਕ ਹੀ ਰੂਪ ਉਹ ਇਹਨਾਂ ਨੇ ਸਮਝ ਲਿਆ। ਇਸ ਵਿੱਚ ਵੈਰੀ ਔਰ ਮਿੱਤਰ ਦਾ ਕੋਈ ਭੇਦ ਭਾਵ ਇਹਨਾਂ ਦੇ ਹਿਰਦੇ ਘਰ ਵਿੱਚ ਨਹੀਂ ਜੀ। ਇਸ ਕੋ ਕਿਸ ਬਿਨ ਕਹੋ ਨਾ ਕੋਈ ਕਰੇ ਜਥੋ ਜਿਤ ਜਿਮੂਰ ਹੋਈ। ਕਹਿੰਦੇ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਵਿਧੀ ਕੋਈ ਨਾ ਕਹੋ, ਕੋਈ ਰੋਕੋ ਨਾ ਇਹਨਾਂ ਨੂੰ।
ਜਿਵੇਂ ਦਾ ਇਹਨਾਂ ਦਾ ਅੰਦਰੋਂ ਚਿੱਤ ਕਰਦਾ ਹੈ, ਜਿਵੇਂ ਦਾ ਇਹਨਾਂ ਦਾ ਅੰਦਰੋਂ ਮਨ ਕਰਦਾ, ਇਹਨਾਂ ਨੂੰ ਉਵੇਂ ਹੀ ਕਰਨ ਦਿਓ ਜੀ। न बैरी इसके उस पासा, प्रभु एक सब मैं लख्यो तमासा। ਕਹਿੰਦੇ ਵੀ ਇਹ ਵੈਰੀ ਨਹੀਂ ਵੇਖਦੇ, ਦੁਸ਼ਮਣ ਤੁਹਾਨੂੰ ਨਜ਼ਰ ਆਉਂਦੇ ਨੇ, ਵੈਰੀ ਤੁਹਾਨੂੰ ਨਜ਼ਰ ਆਉਂਦੇ ਨੇ, ਪਰ ਇਹਨਾਂ ਨੂੰ ਵੈਰੀ ਨਜ਼ਰ ਨਹੀਂ ਆਉਂਦਾ। ਇਹਨਾਂ ਨੂੰ ਸਾਰਿਆਂ ਦੇ ਵਿੱਚ ਪ੍ਰਭੂ ਦਾ ਤਮਾਸ਼ਾ ਹੀ ਪਹਿਚਾਣ ਆਉਂਦਾ ਜੀ। ऊंच भूमिका मैं मन थरियो, नाना त्याग एस एक रस ढरियो। ਕਹਿੰਦੇ ਵੀ ਇਹਨਾਂ ਨੇ ਉੱਚੀ ਭੂਮਿਕਾ ਵਿੱਚ ਆਪਣਾ ਮਨ ਟਿਕਾਇਆ ਹੋਇਆ ਹੈ, ਬਹੁਤ ਰਸ ਵਿੱਚ ਹੋਏ ਪਏ ਨੇ, ਅਨੇਕਤਾ ਛੱਡ ਦਿੱਤੀ ਹੈ, ਇੱਕ ਰਸ ਹੋ ਕਰਕੇ, ਇੱਕ ਨਿਰੰਕਾਰ ਦਾ ਸਰੂਪ ਹੋ ਕਰਕੇ ਹੀ ਇਹ ਵਿਚਰ ਰਹੇ ਨੇ। ਇਹ ਜੀ ਬਿਰਤੀ ਬਹੁਤ ਵਿਰਲਿਆਂ ਦੀ ਹੁੰਦੀ ਹੈ, ਸਾਧ ਬਿਰਤੀ ਹੈ ਇਹਨਾਂ ਦੀ, ਇਸ ਕਰਕੇ ਇਹਨਾਂ ਨੂੰ ਕੋਈ ਵੀ ਕਾਰਜ ਕਰਨ ਤੋਂ ਤੁਸੀਂ ਰੋਕਣਾ ਨਾ ਕਰੋ ਜੀ। धन जन्म अपनो इनकीना, जिसको बख्शे हुए दुखहीना। ਸਤਿਗੁਰਾਂ ਨੇ ਇਹਨਾਂ ਤੇ ਬਖਸ਼ਿਸ਼ ਕੀਤੀ ਹੈ, ਇਹਨਾਂ ਦਾ ਜਨਮ ਧਨ ਹੈ, ਤੇ ਜਨਮ ਧਨ ਹੋ ਗਿਆ। ਇਹਨਾਂ ਦੇ ਜਨਮ ਮਰਨ ਦੇ ਜਿੰਨੇ ਵੀ ਦੁੱਖ ਨੇ ਉਹ ਸਾਰੇ ਹੀ ਪ੍ਰਮਾਤਮਾ ਨੇ ਦੂਰ ਆਪਣੀ ਬਖਸ਼ਿਸ਼ ਨਾਲ ਕਰ ਦੇਣੇ ਨੇ ਜੀ। ये भी अपनो पंथ प्रकाशै, बहु लोगन की कुमत विनाशै। ਇਹ ਵੀ ਆਪਣੇ ਪੰਥ ਦਾ ਪ੍ਰਕਾਸ਼ ਕਰੇਗਾ, ਬਹੁਤ ਲੋਕਾਂ ਦੀ ਮਾੜੀ ਮੱਤ ਦਾ ਇਹ ਨਾਸ਼ ਕਰੇਗਾ। ਇਹਨਾਂ ਦਾ ਨਿਰਮਲ ਪੰਥ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਲਾਇਆ, ਉਥੋਂ ਇਹਨਾਂ ਨੇ ਸਹੀ ਸੋਚ ਲਈ ਹੈ, ਸਹੀ ਬਿਰਤੀ ਲਈ ਹੈ, ਤੇ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਤੇਜ ਪ੍ਰਤਾਪ ਹੋਵੇਗਾ ਜੀ। सुन प्रभ ते सब सिंह आनंदे, द्वैत हती लै ब्रह्म आनंदे। ਸਤਿਗੁਰਾਂ ਤੋਂ ਇਹ ਬਚਨ ਸੁਣ ਕੇ ਸਾਰੇ ਸਿੱਖਾਂ ਨੇ ਆਨੰਦ ਲਿਆ ਤੇ ਆਪਣੇ ਅੰਦਰੋਂ ਦਵੈਤ ਤੇ ਈਰਖਾ ਨੂੰ ਖਤਮ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉਸ ਸਮੇਂ ਦੇ ਇਹ ਬਚਨ ਨੇ, ਕਹਿੰਦੇ ਵੀ ਤਲਵਾਰਾਂ ਤੁਹਾਡੇ ਹੱਥ ਵਿੱਚ ਫੜਾਈਆਂ ਨੇ, ਤੁਸੀਂ ਤਲਵਾਰਾਂ ਦੇ ਨਾਲ ਵੈਰੀਆਂ ਨੂੰ ਮਾਰਦੇ ਹੋ। ਭਾਈ ਕਨ੍ਹਈਆ ਦੇ ਹੱਥ ਵਿੱਚ ਮਸ਼ਕ ਫੜਾਈ ਹੈ, ਇਹ ਕੀ ਕਰਦੇ ਹਨ? ਇਹ ਵੈਰੀਆਂ ਨੂੰ ਨਹੀਂ ਮਾਰਦੇ, ਇਹ ਦੁਸ਼ਮਣਾਂ ਨੂੰ ਨਹੀਂ ਮਾਰਦੇ, ਇਹ ਤੇ ਦੁਸ਼ਮਣੀ ਖਤਮ ਕਰਦੇ ਪਏ ਨੇ, ਈਰਖਾ ਦਵੈਤ ਖਤਮ ਕਰਦੇ ਪਏ ਨੇ। ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਮੈਂ ਵੇਖਿਆ ਜਿਨ੍ਹਾਂ ਨੂੰ ਇਹਨਾਂ ਨੇ ਪਾਣੀ ਪਿਆਇਆ, ਉਹਨੇ ਤਲਵਾਰ ਫੜ ਕੇ ਦੁਆਰਾ ਤੁਹਾਡੇ ਨਾਲ ਜੰਗ ਨਹੀਂ ਕੀਤਾ, ਵੀ ਇਹਨਾਂ ਨੇ ਦੁਸ਼ਮਣੀ ਮਾਰੀ ਹੈ ਜੀ। इस दिन ते न किछ कछ कहियो, तिम ही जल को प्यावत रहियो। ਉਸ ਦਿਨ ਤੋਂ ਸਿੰਘਾਂ ਨੇ ਉਹਨਾਂ ਨੂੰ ਕੁਛ ਨਹੀਂ ਕਿਹਾ, ਉਹ ਉਸੇ ਤਰ੍ਹਾਂ ਹੀ ਪ੍ਰਕਿਰਿਆ ਅਨੁਸਾਰ ਜਲ ਛਕਾਉਂਦੇ ਰਹੇ। सर्व मोर्जे मैं फिर करके, जल को देत मशक नित भर के। ਸਾਰਿਆਂ ਮੋਰਚਾਂ ਦੇ ਵਿੱਚ ਉਹ ਫਿਰਦੇ ਰਹੇ ਤੇ ਮਸ਼ਕ ਹਰ ਉਹ ਜਲ ਦੀ ਭਰ ਲੈਂਦੇ ਸਨ ਤੇ ਸਾਰਿਆਂ ਨੂੰ ਹੀ ਜਲ ਛਕਾਈ ਜਾਂਦੇ ਜੀ। इसको नह मारत को गोरी, फिरत रहे लड़ते जुग ओरी। ਕਹਿੰਦੇ ਉਸ ਨੂੰ ਕੋਈ ਵੀ ਗੋਲੀ ਨਹੀਂ ਸੀ ਮਾਰਦਾ। ਦੋਵਾਂ ਪਾਸਿਆਂ ਦੇ ਯੁੱਧ ਵਿੱਚ ਭਾਈ ਕਨ੍ਹਈਆ ਜੀ ਫਿਰਦੇ ਰਹਿੰਦੇ ਸਨ। साध जान कर बंधन करें, जल को लेत त्रिखा को हरें। ਦੋਵੇਂ ਜਾਣੇ ਦੋਵੇਂ ਦਲ ਉਹਨੂੰ ਸਾਧ ਸਮਝ ਕਰਕੇ ਉਹਦੀ ਸੇਵਾ ਪ੍ਰਵਾਨ ਕਰਦੇ ਰਹੇ ਤੇ ਸਾਧ ਜਾਣ ਕੇ ਬੰਦਨਾ ਵੀ ਕਰਦੇ ਰਹੇ, ਨਮਸਕਾਰ ਵੀ ਕਰਦੇ ਰਹੇ ਤੇ ਜਲ ਲੈ ਕਰਕੇ ਆਪਣੀ ਪਿਆਸ ਦੂਰ ਕਰਦੇ ਸਨ ਜੀ। हिम घेरा कर अन्न हटायो, केतक दिन लग अंतर खायो। ਇਸ ਪ੍ਰਕਾਰ ਘੇਰਾ ਪਾ ਕੇ ਕਿਲੇ ਅੰਦਰ ਅਨਾਜ ਜਾਣ ਤੋਂ ਰੋਕ ਦਿੱਤਾ। ਕਈ ਦਿਨਾਂ ਅੰਦਰ ਵਾਲਾ ਹੀ ਅਨਾਜ ਗੁਰੂ ਕੇ ਸਿੰਘਾਂ ਨੇ ਖਾਧਾ ਜੀ। लग्यो निखुटन अन्न महान, जे अवस चाह यह नित खाना। ਫਿਰ ਅਨਾਜ ਦੇ ਅੰਦਰ ਥੋਟ ਹੋਣ ਲੱਗੀ, ਥੋੜ ਹੋਣ ਲੱਗੀ। ਜਿਹੜਾ ਨਿਤ ਖਾਣ ਵਾਸਤੇ ਅਵਸ਼ ਚਾਹੀਦਾ ਸੀ, ਉਹਦੇ ਵਿੱਚ ਤੋਟ ਆਉਣ ਲੱਗੀ ਜੀ। थोरा अन्न भयो थोरा जबे, छूटत रह नर बिंद,
ਚਿਤਵਤ ਜਤਨ ਅਨੇਕਹੀ ਮਿਲੇ ਸਿੰਘ ਬਲਵੰਦ। ਜਦ ਅਨਾਜ ਥੋੜਾ ਰਹਿ ਗਿਆ ਤੇ ਬਹੁਤ ਮਨੁੱਖ ਜਿਹੜੇ ਭੁੱਖੇ ਰਹਿਣ ਲੱਗੇ ਤੇ ਉਹਨਾਂ ਵਿੱਚ ਬਲਵਾਨ ਸਿੰਘ ਫਿਰ ਵੀ ਮਿਲ ਕੇ ਅਨੇਕਾਂ ਯਤਨਾਂ ਬਾਰੇ ਸੋਚਣ ਲੱਗੇ, ਵਿਚਾਰਾਂ ਕਰਨ ਲੱਗੇ ਕਿ ਕਿਸ ਤਰੀਕੇ ਦੇ ਨਾਲ ਇਸ ਅਨਾਜ ਦੇ ਮਸਲੇ ਨੂੰ ਹੱਲ ਕੀਤਾ ਜਾਵੇ। ਏਤਕ ਸਿੰਘ ਵਿਸਾਲ ਜੁਝਾਰੇ ਮਿਲੇ ਆਪਸ ਮੈਂ ਮਸਲਤ ਧਾਰੇ। ਕਈ ਸਿੰਘ ਵਿਸ਼ਾਲ ਜੁਝਾਰੂ ਸਨ ਤੇ ਆਪਸ ਵਿੱਚ ਮਿਲ ਕੇ ਇਸ ਵਿਸ਼ੇ ਤੇ ਸਲਾਹ ਮਸ਼ਵਰਾ ਕਰਦੇ ਸਨ ਜੀ। ਜਾਂ ਬਿਲੋਕੈ ਅੰਨ ਮਹਾਨਾ ਵਿਕਨੀ ਆਦ ਵਿਖੇ ਸਵਧਾਨਾ। ਜਿੱਥੇ ਵੀ ਬਹੁਤ ਵੱਡੀ ਮਾਤਰਾ ਵਿੱਚ ਅਨਾਜ ਵੇਖੀਏ ਦੁਕਾਨਾਂ ਬਾਜ਼ਾਰਾਂ ਵਿੱਚ ਸਾਰੇ ਬਹੁਤ ਸਾਵਧਾਨੀ ਨਾਲ ਇਸ ਨੂੰ ਵਰਤਦੇ ਰਹੇ। ਆਛੀ ਰੀਤ ਜੋ ਹੈ ਸਭ ਲੀਨਾ ਆਵਨ ਜਾਨ ਘਾਤ ਸਭ ਚੀਨਾ। ਚੰਗੀ ਰੀਤੀ ਨਾਲ ਸ਼ੁਭ ਸਭ ਕੁਝ ਵੇਖ ਲਿਆ, ਆਉਣ ਜਾਣ ਦਾ ਦਾਵ ਸਾਰਾ ਉਹਨਾਂ ਨੇ ਪਛਾਣ ਲਿਆ ਜੀ। ਤੁਰਕ ਸ਼ਤਰੂਗਨ ਹੋਏ ਜੁਤ ਆਲਸ ਤਬ ਪਹੁੰਚਨ ਕੀ ਠਾਨੀ ਲਾਲਸ। ਤੁਰਕ ਵੈਰੀ ਜਦੋਂ ਆਲਸ ਸਹਿਤ ਹੋ ਜਾਂਦੇ ਸਨ ਤੇ ਸਤਿਗੁਰੂ ਦੇ ਸਿੰਘ ਲਾਲਸਾ ਸਹਿਤ ਧਾਰਨ ਕਰਕੇ ਉੱਥੇ ਪਹੁੰਚ ਜਾਂਦੇ ਜੀ। ਹੋਏ ਤੁਰੰਗਨ ਪਰ ਸਵਾਰ ਸੰਬੰਧੈ ਹੋਏ ਬਲ ਕੋ ਧਾਰ। ਫਿਰ ਸਾਰੇ ਘੋੜਿਆਂ ਤੇ ਸਵਾਰ ਹੋ ਕੇ ਹਥਿਆਰਬੰਦ ਹੋ ਕਰਕੇ ਬਲ ਧਾਰਨ ਕਰਦੇ ਸਨ ਜੀ। ਗਏ ਅਚਾਨਕ ਬੜੇ ਬਜ਼ਾਰੂ ਭਏ ਪਰਵੇਸ਼ਨ ਵੀਰ ਜੁਝਾਰੂ। ਫਿਰ ਵੱਡੇ ਬਾਜ਼ਾਰ ਵਿੱਚ ਅਚਾਨਕ ਹੀ ਪ੍ਰਵੇਸ਼ ਕਰ ਗਏ ਸੂਰਬੀਰ ਜੁਝਾਰੂ, ਕਿਉਂਕਿ ਉਹਨਾਂ ਨੇ ਅਨਾਜ ਪ੍ਰਾਪਤ ਕਰਨਾ ਸੀ। ਸ਼ੇਰ ਸਿੰਘ ਜਿਨ ਮੈਂ ਮੁਖ ਜੋਦਾ ਪਰੇ ਤੁਰਕਗਨ ਪਰ ਧਰ ਕ੍ਰੋਧਾ। ਸ਼ੇਰ ਸਿੰਘ ਉਹਨਾਂ ਦੇ ਵਿੱਚ ਬਹੁਤ ਵੱਡਾ ਸੂਰਬੀਰ ਯੋਧਾ ਸੀ, ਜਿਸ ਨੇ ਪਹਿਲਾਂ ਵੀ ਕਈ ਮੁਗਲਾਂ ਦਾ ਘਾਤ ਕੀਤਾ ਸੀ, ਅੰਤ ਕੀਤਾ ਸੀ। ਪੂਰੇ